ਸਤਿਗੁਰ ਜੀ ਪਾਸ ਭਾਈ ਭਗੀਰਥ ਦਰਸ਼ਨ ਕਰਨ ਵਾਸਤੇ ਰਹਿੰਦਾ ਸੀ। ਪਿੱਛੋਂ ਮਨਸੁਖ ਵੀ ਬੜੇ ਪ੍ਰੇਮ ਕਰਕੇ ਆਇਆ ਤੇ ਗੁਰੂ ਜੀ ਨੂੰ ਦੰਡਵਤ ਨਮਸਕਾਰ ਕੀਤੀ। ਗੁਰੂ ਜੀ ਨੇ ਸਤਿ ਕਰਤਾਰ ਕਹੀ ਅਤੇ ਕੁਸ਼ਲਤਾ ਪੁੱਛੀ। ਮਨਸੁਖ ਨੇ ਕਿਹਾ, ਜੀ ਆਪ ਜੀ ਦੇ ਦਰਸ਼ਨ ਕਰਕੇ ਸਭ ਕੁਸ਼ਲਤਾ ਹੋ ਗਈ ਹੈ। ਮੇਰੇ ਤਨ ਮਨ ਦੇ ਦੁੱਖ ਦੂਰ ਹੋ ਗਏ ਹਨ। ਮੈਂ ਹੁਣ ਆਪ ਜੀ ਤੋਂ ਆਗਿਆ ਲੈ ਕੇ ਵਣਜ ਵਪਾਰ ਕਰਨ ਵਾਸਤੇ ਸੰਗਲਾਦੀਪ ਜਾਣਾ ਚਾਹੁੰਦਾ ਹਾਂ। ਆਪ ਕਿਰਪਾ ਕਰਕੇ ਮੈਨੂੰ ਕੋਈ ਸ਼ਬਦ ਲਿਖਵਾ ਦਿਓ ਜਿਸ ਨੂੰ ਪੜ੍ਹ ਕੇ ਮੇਰਾ ਗੁਰੂ ਚਰਨਾਂ ਨਾਲ ਪ੍ਰੇਮ ਵਧੇ। ਮਨਸੁਖ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਨਾਮ ਦੀ ਮਹਿਮਾ ਤੇ ਭਗਤੀ ਦੀ ਵਡਿਆਈ ਦੇ ਬਚਨ ਉਚਾਰਨ ਕੀਤੇ, ਜਿਨ੍ਹਾਂ ਨੂੰ ਮਨਸੁਖ ਨੇ ਲਿਖ ਕੇ ਆਪਣੇ ਪਾਸ ਰੱਖ ਲਿਆ। ਉਪਰੰਤ ਗੁਰੂ ਜੀ ਨੇ ਕਿਹਾ, ਨੇਮ ਨਾਲ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇਹਨਾਂ ਨੂੰ ਪੜ੍ਹ ਕੇ ਅਰਦਾਸ ਕਰਨੀ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣੀ, ਤੇਰਾ ਕੋਈ ਕੰਮ ਨਹੀਂ ਅਟਕੇਗਾ। ਮਨਸੁਖ ਇਹ ਉਪਦੇਸ਼ ਲੈ ਕੇ ਬੜਾ ਪ੍ਰਸੰਨ ਹੋ ਕੇ ਸੁਦਾਗਰੀ ਦਾ ਮਾਲ ਲੱਦ ਕੇ ਸੰਗਲਾਦੀਪ ਨੂੰ ਚਲਿਆ ਗਿਆ। ਉਪਰੰਤ ਭਗੀਰਥ ਨੂੰ ਵੀ ਗੁਰੂ ਜੀ ਨੇ ਆਗਿਆ ਕੀਤੀ ਕਿ ਤੂੰ ਵੀ ਆਪਣੇ ਘਰ ਚਲਿਆ ਜਾ ਅਤੇ ਹਿਰਦੇ ਵਿੱਚ ਸਦਾ ਸਤਨਾਮ ਦਾ ਸਿਮਰਨ ਰੱਖਣਾ। ਸ਼੍ਰੀ ਗੁਰੂ ਨਾਨਕ ਦੇਵ ਜੀ ਅਜੇ ਆਪਣੀ ਭੈਣ ਜੀ ਦੇ ਘਰ ਹੀ ਰਹਿੰਦੇ ਸਨ ਕਿ ਇੱਕ ਦਿਨ ਮੂਲ ਚੰਦ ਜੀ ਤੇ ਚੰਦੋ ਰਾਣੀ, ਗੁਰੂ ਜੀ ਦਾ ਸਹੁਰਾ ਤੇ ਸੱਸ, ਦੋਵੇਂ ਜਣੇ ਆ ਗਏ। ਆਪ ਜੀ ਦਾ ਫਕੀਰਾਂ ਵਾਲਾ ਭੇਸ ਵੇਖ ਕੇ ਗੁੱਸੇ ਨਾਲ ਕਹਿਣ ਲੱਗੇ, ਤੂੰ ਸਾਧੂ ਬਾਣਾ ਧਾਰ ਕੇ ਸੰਸਾਰ ਵਿੱਚ ਸਾਧ ਬਣਿਆ ਫਿਰਦਾ ਹੈ, ਪਰ ਇਹ ਦੋ ਪੁੱਤਰ ਤੇ ਤੇਰੀ ਇਸਤਰੀ ਦਾ ਨਿਰਵਾਹ ਕਿਸ ਤਰ੍ਹਾਂ ਹੋਵੇਗਾ? ਤੂੰ ਸਾਨੂੰ ਦੁੱਖ ਦੇਣ ਵਾਸਤੇ ਬੋਧੀ ਵਾਲਾ ਤਾਰਾ ਪੈਦਾ ਹੋਇਆ ਹੈ। ਜੇ ਤੂੰ ਇਸ ਤਰ੍ਹਾਂ ਫਕੀਰ ਹੀ ਹੋ ਜਾਣਾ ਸੀ ਤਾਂ ਫਿਰ ਵਿਆਹ ਕਿਉਂ ਕਰਵਾਇਆ? ਸਾਰਾ ਧਨ ਨਾਸ਼ ਕਰਕੇ ਹੁਣ ਘਰ ਉਜਾੜੂ ਸਾਧ ਬਣ ਗਿਆ ਹੈ। ਜੇ ਉਹ ਧਨ ਸਾਂਭ ਕੇ ਰੱਖਿਆ ਹੁੰਦਾ ਤਾਂ ਸ਼੍ਰੀ ਚੰਦ ਹੋਰਾਂ ਦੇ ਕੰਮ ਆਉਂਦਾ, ਪਰ ਤੇਰੇ ਮਨ ਵਿੱਚ ਪਰਮੇਸ਼ਰ ਦਾ ਡਰ ਨਹੀਂ ਹੈ। ਤੂੰ ਆਪਣੇ ਛੋਟੇ ਪੁੱਤਰਾਂ ਵੱਲ ਨਹੀਂ ਵੇਖਦਾ ਕਿ ਉਹ ਜਗਤ ਵਿੱਚ ਕਿਸ ਆਸਰੇ ਰਹਿਣਗੇ। ਚੰਦੋ ਰਾਣੀ ਕ੍ਰੋਧ ਨਾਲ ਬੋਲੀ ਕਿ ਤੂੰ ਇਹ ਕੀ ਕੀਤਾ ਹੈ? ਜਦ ਕੁਟੁੰਬ ਵੱਧ ਗਿਆ ਤਾਂ ਤੂੰ ਫਕੀਰੀ ਧਾਰਨ ਕਰ ਲਈ ਹੈ। ਤੇਰੇ ਪਾਸ ਬੜਾ ਵੱਡਾ ਕੰਮ ਮੋਦੀਖਾਨਾ ਸੀ, ਜਿੱਥੋਂ ਬਹੁਤ ਧਨ ਮਿਲਦਾ ਸੀ, ਪਰ ਤੂੰ ਸਭ ਕਾਰ ਵਿਹਾਰ ਛੱਡ ਕੇ ਕੰਗਾਲਾਂ ਵਾਂਗੂ ਤੁਰਿਆ ਫਿਰਦਾ ਹੈ। ਚੰਗੀਆਂ ਸੇਜਾਂ ਦਾ ਸੋਨਾ ਛੱਡ ਕੇ ਮਸਾਣਾਂ ਦੇ ਘੱਟੇ ਮਿੱਟੀ ਵਿੱਚ ਪਿਆ ਰਹਿੰਦਾ ਹੈ। ਇਸ ਦੇ ਉੱਤਰ ਵਿੱਚ ਸਤਿਗੁਰ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਜਿਸ ਦਾ ਅਰਥ ਸੀ ਕਿ ਮਾਤਾ ਪਿਤਾ ਦੇ ਸੰਜੋਗ ਕਰਕੇ ਇਹ ਸਰੀਰ ਬਣਦਾ ਹੈ। ਉਸ ਕਰਤਾ ਪੁਰਖ ਨੇ ਇਸ ਦੇ ਕਰਮ ਲੇਖ ਲਿਖ ਕੇ ਜੋ ਕੁਝ ਮਾਣ ਵਡਿਆਈ ਤੇ ਧਨ ਪਦਾਰਥ ਇਸ ਨੂੰ ਪ੍ਰਾਪਤ ਹੋਣੀ ਸੀ ਸਭ ਲਿਖ ਦਿੱਤੀ। ਮਾਇਆ ਨੇ ਇਸ ਦੀ ਬੁੱਧੀ ਨਸ਼ਟ ਕਰ ਦਿੱਤੀ ਹੈ। ਹੇ ਮੂਰਖ ਮਨ, ਮਾਣ ਕਿਸ ਚੀਜ਼ ਦਾ ਕਰਦਾ ਹੈ? ਜਦ ਮਾਲਿਕ ਦੀ ਇੱਛਾ ਹੋਈ ਤਦੋਂ ਹੀ ਤੂੰ ਉੱਠ ਕੇ ਇਸ ਸੰਸਾਰ ਤੋਂ ਤੁਰ ਪਵੇਂਗਾ। ਰਸਦਾਇਕ ਸੁਆਦਲੇ ਭੋਜਨ ਤੇ ਘਰ ਮਕਾਨ ਛੱਡ ਕੇ ਤੁਰ ਜਾਣਾ ਹੈ। ਜੇ ਵਾਪਸ ਜਗਤ ਵਿੱਚ ਆਣਾ ਹੁੰਦਾ ਤਾਂ ਕੁਝ ਖਾ ਪੀ ਲੈਂਦੇ ਤੇ ਕੁਝ ਪਿੱਛੇ ਰੱਖ ਜਾਂਦੇ, ਪਰ ਜੋ ਜਾਂਦਾ ਹੈ ਉਸਨੇ ਮੁੜ ਕੇ ਇਸ ਸਰੀਰ ਵਿੱਚ ਨਹੀਂ ਆਉਣਾ ਹੁੰਦਾ। ਸਰੀਰ ਨੂੰ ਸ਼ਿੰਗਾਰ ਕੇ ਰੇਸ਼ਮ ਹੰਢਾਇਆ, ਬਹੁਤ ਲੋਕਾਂ ਤੇ ਹੁਕਮ ਕੀਤੇ, ਸੁੰਦਰ ਸੇਜਾਂ ਉੱਤੇ ਸੁੱਤਾ ਪਰ ਨਾਮ ਨਾ ਜਪਿਆ। ਜਦ ਜਮਾਂ ਦੀਆਂ ਬੇੜੀਆਂ ਹੱਥਾਂ ਨੂੰ ਪੈਣੀਆਂ ਹਨ ਤਾਂ ਫਿਰ ਇਹ ਰੋਂਦਾ ਕਿਉਂ ਹੈ? ਹੇ ਭਾਈ, ਇਹ ਘਰ ਘੁੰਮਣ ਘੇਰੀ ਹੈ। ਪਾਪਾਂ ਨਾਲ ਪੱਥਰ ਵਾਂਗੂ ਭਾਰਾ ਹੋਇਆ ਇਹ ਜੀਵ ਇਸ ਘੁੰਮਣ ਘੇਰੀ ਵਿੱਚੋਂ ਪਾਰ ਨਹੀਂ ਹੋ ਸਕਦਾ। ਪਰਮੇਸ਼ਰ ਦੇ ਭਊ ਰੂਪੀ ਨਾਮ ਦੇ ਬੇੜੇ ਉੱਤੇ ਜੇ ਕੋਈ ਚੜੇ ਤਾਂ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰਦਾ ਹੈ। ਇਹ ਸ਼ਬਦ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਵਜੋਂ ਉਚਾਰਨ ਕੀਤਾ ਸੀ, ਪਰ ਮੂਲ ਚੰਦ ਤੇ ਚੰਦੋ ਰਾਣੀ ਨੂੰ ਇਸ ਦਾ ਤੁੱਛ ਮਾਤਰ ਵੀ ਅਸਰ ਨਾ ਹੋਇਆ। ਜਿਵੇਂ ਸੂਮ ਨੂੰ ਕਿਤਨਾ ਹੀ ਉਪਦੇਸ਼ ਦਈਏ ਉਹ ਧਨ ਨੂੰ ਛੱਡਣਾ ਨਹੀਂ ਕਰਦਾ, ਤੇ ਇਸਤਰੀ ਦੇ ਪ੍ਰੇਮੀ ਪੁਰਸ਼ ਨੂੰ ਭਾਵੇਂ ਕਿਤਨੀ ਸਿੱਖਿਆ ਦਈਏ ਉਹ ਉਸ ਨੂੰ ਤਿਆਗਣਾ ਨਹੀਂ ਕਰਦਾ, ਤਿਵੇਂ ਹੀ ਮੂਲ ਚੰਦ ਤੇ ਚੰਦੋ ਰਾਣੀ ਤੇ ਇਸ ਸਿੱਖਿਆ ਦਾ ਕੋਈ ਅਸਰ ਨਾ ਹੋਇਆ। ਚੰਦੋ ਰਾਣੀ ਕਹਿਣ ਲੱਗੀ, ਜੇ ਇਹੋ ਕੁਝ ਕਰਨਾ ਸੀ ਤਾਂ ਫਿਰ ਇਹ ਪਹਿਲਾਂ ਕਿਉਂ ਨਾ ਵਿਚਾਰ ਕੀਤੀ? ਹੁਣ ਘਰ ਦਾ ਬਹੁਤ ਖਰਚ ਵੇਖ ਕੇ ਫਕੀਰੀ ਧਾਰਨ ਕਰ ਲਈ ਹੈ। ਜੇ ਮੈਂ ਜਾਣਦੀ ਕਿ ਮੇਰੀ ਧੀ ਨੂੰ ਇਹ ਬਿਪਤਾ ਪੈਣੀ ਹੈ ਤਾਂ ਮੈਂ ਉਸ ਦਾ ਵਿਆਹ ਹੀ ਨਾ ਕਰਦੀ। ਸਾਡੇ ਖੋਟੇ ਭਾਗ ਹਨ ਜੋ ਧੀ ਦਾ ਦੁੱਖ ਅਸੀਂ ਵੇਖ ਰਹੇ ਹਾਂ। ਤੇਰੇ ਮਨ ਵਿੱਚ ਰਤਾ ਭਰ ਵੀ ਪਰਮੇਸ਼ਰ ਦਾ ਡਰ ਨਹੀਂ ਹੈ। ਇਹਨਾਂ ਮਾਸੂਮ ਬੱਚਿਆਂ ਨੂੰ ਕੌਣ ਪਾਲੇਗਾ? ਉਹਨਾਂ ਦਾ ਕਿਹੜਾ ਆਸਰਾ ਹੈ? ਇਹਨਾਂ ਪੁੱਤਰਾਂ ਵਾਸਤੇ ਹੀ ਤਾਂ ਹਰ ਕੋਈ ਸਾਰੇ ਯਤਨ ਕਰਦਾ ਹੈ, ਪਰ ਤੂੰ ਹੁਣੇ ਹੀ ਇਹਨਾਂ ਨੂੰ ਅਨਾਥ ਕਰਕੇ ਦੁੱਖ ਦੇਣ ਵਾਸਤੇ ਸਾਧ ਬਣ ਗਿਆ ਹੈ।
ਪਹਿਲਾਂ ਤਾਂ ਤੂੰ ਸਭ ਕੁਝ ਫਕੀਰਾਂ ਨੂੰ ਲੁਟਾ ਦਿੱਤਾ, ਹੁਣ ਇਹ ਜੋ 760 ਰੁਪਏ ਬਾਕੀ ਹਨ ਇਹ ਆਪਣੀ ਇਸਤਰੀ ਨੂੰ ਦਵਾ ਦੇ। ਇਸ ਵਿੱਚੋਂ ਅੱਧਾ ਫਕੀਰਾਂ ਨੂੰ ਕਿਉਂ ਦਿੰਦਾ ਹੈ? ਇਹ ਸਾਰੀਆਂ ਗੱਲਾਂ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਵੀ ਚੁੱਪ ਕਰਕੇ ਸੁਣਦੇ ਰਹੇ। ਚੰਦੋ ਰਾਣੀ ਨੂੰ ਕਿਸੇ ਨੇ ਕੋਈ ਉੱਤਰ ਨਾ ਦਿੱਤਾ। ਇੰਨੇ ਚਿਰ ਨੂੰ ਨਵਾਬ ਦੌਲਤ ਖਾਨ ਨੇ 380 ਰੁਪਏ ਆਪਣੇ ਨੌਕਰ ਹੱਥ ਜੈ ਰਾਮ ਜੀ ਨੂੰ ਭੇਜ ਦਿੱਤੇ ਅਤੇ ਜੈ ਰਾਮ ਜੀ ਨੇ ਉਸੇ ਸਮੇਂ ਇਹ ਰੁਪਏ ਸ਼੍ਰੀ ਸੁਲੱਖਣੀ ਜੀ ਨੂੰ ਦੇ ਦਿੱਤੇ। ਬਾਕੀ ਦੇ 380 ਰੁਪਏ ਨਵਾਬ ਨੇ ਫਕੀਰਾਂ ਨੂੰ ਵੰਡ ਦਿੱਤੇ। ਇਹ ਦਿਨ ਸਾਰਾ ਝਗੜੇ ਵਿੱਚ ਹੀ ਬੀਤ ਗਿਆ। ਰਾਤ ਨੂੰ ਭੋਜਨ ਛਕ ਕੇ ਸਾਰੇ ਸੌਂ ਗਏ। ਪ੍ਰਾਤः ਕਾਲ ਗੁਰੂ ਜੀ ਉੱਠ ਕੇ ਵੇਈ ਨਦੀ ਉੱਤੇ ਇਸ਼ਨਾਨ ਕਰਕੇ ਅਸਥਿਤ ਹੋ ਕੇ ਆਪਣੇ ਨਿੱਜ ਸਰੂਪ ਦੇ ਧਿਆਨ ਵਿੱਚ ਬੈਠੇ ਸਨ ਕਿ ਆਪ ਜੀ ਨੇ ਰੌਲਾ ਪੈਂਦਾ ਸੁਣਿਆ। ਇੱਕ ਖੱਤਰੀ ਗਊ ਨੂੰ ਲੈ ਕੇ ਨਦੀ ਤੋਂ ਪਾਰ ਲੰਘਣ ਵਾਸਤੇ ਆਇਆ ਸੀ। ਪੱਤਣ ਉੱਤੇ ਇੱਕ ਬ੍ਰਾਹਮਣ ਮਸੂਲੀਆ ਸੀ। ਉਹ ਖੱਤਰੀ ਤੋਂ ਗਊ ਨੂੰ ਬੇੜੀ ਤੇ ਚਾੜ ਕੇ ਨਦੀ ਤੋਂ ਪਾਰ ਕਰਨ ਦਾ ਮਸੂਲ ਮੰਗਦਾ ਸੀ, ਪਰ ਖੱਤਰੀ ਪਾਸ ਪੈਸੇ ਨਹੀਂ ਸਨ। ਬ੍ਰਾਹਮਣ ਮਸੂਲੀਏ ਵੱਲ ਵੇਖ ਕੇ ਗੁਰੂ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ ਸੀ। ਉਹ ਸ਼ਲੋਕ ਸੁਣ ਕੇ ਉਹ ਮਸੂਲੀਆ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਤੇ ਸਤਿਗੁਰ ਜੀ ਤੋਂ ਉਹ ਤਰਕ ਭਰਿਆ ਸ਼ਲੋਕ ਸੁਣ ਕੇ, ਉਪਦੇਸ਼ ਸੁਣ ਕੇ ਬ੍ਰਾਹਮਣ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ ਕਿ ਮੈਂ ਭੁੱਲਾ ਹੋਇਆ ਸਾਂ, ਤੁਸਾਂ ਮੈਨੂੰ ਰਾਸਤੇ ਪਾ ਦਿੱਤਾ ਹੈ। ਧਨ ਦੇ ਲਾਲਚ ਕਰਕੇ ਮੇਰਾ ਮਨ ਭਰ ਗਿਆ ਸੀ। ਸਤਿਗੁਰ ਜੀ ਨੇ ਉਸ ਦੇ ਪਛਤਾਤਾਪ ਅਤੇ ਪ੍ਰੇਮਮਈ ਬੇਨਤੀ ਸੁਣ ਕੇ ਉਸ ਦੇ ਮੋਹ ਮਾਇਆ ਦੇ ਬੰਧਨ ਕੱਟ ਦਿੱਤੇ। ਉਪਰੰਤ ਗੁਰੂ ਜੀ ਉੱਥੋਂ ਉੱਠ ਕੇ ਉਜਾੜ ਵਿੱਚ ਜਾ ਬੈਠੇ। ਫਿਰ ਗੁਰੂ ਜੀ ਨੇ ਘਰ ਆਉਣਾ ਛੱਡ ਦਿੱਤਾ। ਰਾਤ ਦਿਨ ਬਾਹਰ ਹੀ ਬਤੀਤ ਕਰਦੇ। ਇੱਧਰ ਮੂਲ ਚੰਦ ਵਾਪਸ ਆਪਣੇ ਘਰ ਜਾਣ ਵਾਸਤੇ ਤਿਆਰ ਹੋ ਕੇ ਕਹਿਣ ਲੱਗਾ, ਹੇ ਮੇਰੀ ਪੁੱਤਰੀ ਸੁਲੱਖਣੀ, ਹੁਣ ਤੇਰੇ ਇੱਥੇ ਰਹਿਣ ਦਾ ਕੋਈ ਕੰਮ ਨਹੀਂ ਹੈ। ਤੇਰਾ ਪਤੀ ਤਾਂ ਫਕੀਰ ਹੋ ਗਿਆ ਹੈ, ਹੋਰ ਤੇਰਾ ਨਿਰਵਾਹ ਕੌਣ ਕਰੇਗਾ? ਤੂੰ ਮੇਰੇ ਨਾਲ ਘਰ ਚਲੇ ਚੱਲ, ਉੱਥੇ ਤੇਰੀ ਗੁਜ਼ਾਰਨ ਹੋ ਜਾਏਗੀ। ਪਰ ਬੇਬੇ ਨਾਨਕੀ ਜੀ ਨੇ ਕਿਹਾ, ਇਹ ਗੱਲ ਨਹੀਂ ਬਣਦੀ। ਮੈਂ ਆਪਣੀ ਭਰਜਾਈ ਨੂੰ ਕਿਉਂ ਪੇਕੇ ਜਾਣ ਦੇਵਾਂ? ਇੱਕ ਭਰਾ ਜੀ ਘਰੋਂ ਚਲੇ ਗਏ ਹਨ, ਦੂਜੇ ਭਰਜਾਈ ਜੀ ਵੀ ਚਲੀ ਗਈ ਤਾਂ ਮੇਰੇ ਮਨ ਨੂੰ ਧੀਰਜ ਕਿਸ ਤਰ੍ਹਾਂ ਆਵੇਗੀ? ਮੈਂ ਆਪਣਾ ਮਨ ਕਿਸੇ ਨਾਲ ਪਰਚਾਵਾਂਗੀ? ਚੰਦੋ ਰਾਣੀ ਨੇ ਆਖਿਆ, ਬੇਬੇ ਜੀ ਇਹ ਇੱਥੇ ਕਿਸ ਆਸਰੇ ਰਹੇ? ਜਿਸ ਦਾ ਪਤੀ ਫਕੀਰ ਹੋਇਆ ਹੋਵੇ ਉਹ ਧੀਰਜ ਕਿਸ ਤਰ੍ਹਾਂ ਧਰੇਗੀ? ਇੱਥੇ ਇਸ ਦਾ ਰਹਿਣਾ ਠੀਕ ਨਹੀਂ ਹੈ। ਇੱਥੇ ਨਾ ਇਸ ਦੀ ਸੱਸ ਹੈ ਨਾ ਸਹੁਰਾ ਹੈ। ਜਿਸ ਦੇ ਪਾਸ ਇਹ ਦਿਨ ਬਤੀਤ ਕਰੇ, ਛੋਟੇ ਛੋਟੇ 2 ਬੱਚੇ ਹਨ, ਇਹਨਾਂ ਦੀ ਸੁੱਧ ਲੈਣ ਵਾਲਾ ਕੌਣ ਹੈ? ਮੈਂ ਆਪਣੇ ਘਰ ਲੈ ਜਾ ਕੇ ਇਹਨਾਂ ਦੀ ਪਾਲਣਾ ਕਰਾਂਗੀ। ਵੱਡੇ ਹੋ ਜਾਣਗੇ ਤਾਂ ਕਮਾਈ ਕਰਕੇ ਆਪਣੇ ਮਾਂ ਨੂੰ ਸੁਖੀ ਕਰ ਦੇਣਗੇ। ਬੇਬੇ ਨਾਨਕੀ ਜੀ ਨੇ ਕਿਹਾ, ਮਾਸੀ ਜੀ ਤੂੰ ਸਿਆਣੀ ਹੈ, ਵਿਚਾਰ ਕਰਕੇ ਵੇਖ ਕਿ ਭਰਾਤਾ ਜੀ ਪਰਮੇਸ਼ਰ ਦਾ ਰੂਪ ਹਨ। ਉਹਨਾਂ ਦੇ ਕੌਤਕ ਸੰਸਾਰ ਤੋਂ ਵੱਖਰੇ ਹਨ। ਹੋਰ ਕਿਸੇ ਦੇ ਇਹ ਹੈਰਾਨ ਕਰਨ ਵਾਲੇ ਕੰਮ ਨਹੀਂ ਹੋ ਸਕਦੇ। ਸਭ ਕੁਝ ਲੁਟਾ ਪੁਟਾ ਕੇ ਵੀ ਲੇਖੇ ਵਿੱਚ ਵਾਧਾ ਨਿਕਲ ਰਿਹਾ ਹੈ। 3 ਦਿਨ ਨਦੀ ਵਿੱਚ ਗੁੰਮ ਰਹਿ ਕੇ ਫਿਰ ਸਹੀ ਸਲਾਮਤ ਆ ਗਏ। ਮਸੀਤ ਵਿੱਚ ਕਾਜ਼ੀ ਤੇ ਨਵਾਬ ਨੂੰ ਅਚੰਭਾ ਕਰਕੇ ਵਿਖਾਇਆ। ਉਹ ਸਧਾਰਨ ਮਨੁੱਖ ਨਹੀਂ ਹਨ, ਉਹਨਾਂ ਤੇ ਦੋਸ਼ ਲਾਉਣੇ ਠੀਕ ਨਹੀਂ ਹਨ। ਭਰਜਾਈ ਨੂੰ ਇੱਥੇ ਰਹਿਣ ਦਿਓ, ਉਦਾਸ ਹੋਵੇਗੀ ਤਾਂ ਤਲਵੰਡੀ ਭੇਜ ਦਿਆਂਗੇ। ਜਦ ਮੂਲੇ ਤੇ ਚੰਦੋ ਰਾਣੀ ਨੇ ਇਹ ਗੱਲ ਨਾ ਮੰਨੀ ਤਾਂ ਨਾਨਕੀ ਜੀ ਨੇ ਆਖਿਆ, ਮਾਸੀ ਜੀ ਫਿਰ ਤੁਸੀਂ ਸ੍ਰੀ ਚੰਦ ਨੂੰ ਸਾਡੇ ਪਾਸ ਰਹਿਣ ਦਿਓ। ਇਸ ਨੂੰ ਮਿਲਣ ਦੇ ਬਹਾਨੇ ਤੁਹਾਡਾ ਇੱਥੇ ਆਉਣਾ ਜਾਣਾ ਬਣਿਆ ਰਹੇਗਾ। ਲਖਮੀ ਦਾਸ ਤੇ ਇਹਨਾਂ ਦੀ ਮਾਤਾ ਨੂੰ ਲੈ ਜਾਵੋ। ਇਹ ਗੱਲ ਮੰਨ ਕੇ ਚੰਦੋ ਰਾਣੀ ਨੇ ਸ਼੍ਰੀ ਸੁਲੱਖਣੀ ਜੀ ਨੂੰ ਤਿਆਰ ਕਰ ਲਿਆ। ਸੁਲੱਖਣੀ ਜੀ ਤਿਆਰ ਹੋ ਕੇ ਬੜੇ ਪ੍ਰੇਮ ਨਾਲ ਬੇਬੇ ਨਾਨਕੀ ਜੀ ਨੂੰ ਮਿਲੇ ਅਤੇ ਆਪਣੇ ਮਾਤਾ ਪਿਤਾ ਨਾਲ ਲਖਮੀ ਦਾਸ ਨੂੰ ਲੈ ਕੇ ਵਿਦਾ ਹੋ ਗਏ। ਸ਼੍ਰੀ ਚੰਦ ਆਪਣੀ ਭੂਆ ਪਾਸ ਸੁਲਤਾਨਪੁਰ ਹੀ ਰਿਹਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸੰਗਤ ਜੀ, ਇੱਕ ਬੇਨਤੀ ਕਰਦੇ ਹਾਂ ਕਿ ਸਿੱਖ ਸਾਖੀਆਂ ਨੂੰ ਸਭ ਤੋਂ ਆਸਾਨ ਭਾਸ਼ਾ ਦੇ ਵਿੱਚ ਸੁਣਨ ਵਾਸਤੇ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਇਹਦੇ ਨਾਲ ਵੱਧ ਤੋਂ ਵੱਧ ਜੁੜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।